ਖੇਤੀ ਭਵਨ ਦੇ ਬਾਹਰ ਧਰਨੇ ਤੇ ਬੈਠੇ ਆਤਮਾ ਸਟਾਫ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਾਂਗੇ। ਕਈ ਲੇਡੀਜ਼ ਵੀ ਨੇ, ਉਹਨਾਂ ਤੋਂ ਜਾਣਦੇ ਆ ਕਿ ਮੁਸ਼ਕਲਾਂ ਕੀ ਨੇ ਤੇ ਅੱਗੇ ਦਾ ਕੀ ਪ੍ਰੋਗਰਾਮ ਹੈ। ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਅਤੇ ਡਿਪਾਰਟਮੈਂਟ ਦੇ ਖਿਲਾਫ ਜਿਹੜੀ ਨਾਅਰੇਬਾਜ਼ੀ ਹੈ ਉਹ ਕੀਤੀ ਜਾ ਰਹੀ ਹੈਗੀ ਹੈ। ਸੋ ਕਈ ਦਿਨਾਂ ਤੋਂ ਧਰਨਾ ਜਾਰੀ ਹੈ। ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਕਈ ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਕੀ ਮੁਸ਼ਕਲਾਂ ਆ ਰਹੀਆਂ ਨੇ ਤੇ ਸੁਣ ਕਿਉਂ ਨਹੀਂ ਰਹੇ ਤੁਹਾਡੀ ਹਜੇ ਤੱਕ? ਸਰ ਗਰਮੀ ਤੇ ਤੁਹਾਨੂੰ ਪਤਾ ਅੱਗੇ ਕਿੰਨੀ ਆ। ਅਸੀਂ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਛੱਡ ਕੇ ਆਏ ਆ ਤੇ ਡਾਇਰੈਕਟਰ ਸਾਹਿਬ ਅਜੇ ਤੱਕ ਵੀ ਕੋਈ ਮਤਲਬ ਕਿ ਰਿਸਪੌਂਸ ਨਹੀਂ ਦੇ ਰਹੇ, ਕੋਈ ਵੀ ਸਾਡੀ ਮੰਗ ਮੰਨਣ ਨੂੰ ਤਿਆਰ ਨਹੀਂ ਆ। ਤੇ ਅਸੀਂ ਹੁਣ ਜਗ੍ਹਾ ਇੱਥੇ ਬੈਠੇ ਆ, ਜਿੰਨਾ ਟਾਈਮ ਸਾਡੀ ਗੱਲ ਨਹੀਂ ਸੁਣਦੇ, ਸਾਡੀਆਂ ਮੰਗਾਂ ਨਹੀਂ ਮੰਨਦੇ, ਅਸੀਂ ਇੱਥੇ ਬੈਠੇ ਆ। ਅਸੀਂ ਆਪਣੇ ਛੋਟੇ ਛੋਟੇ ਬੱਚੇ ਘਰ ਛੱਡ ਕੇ ਆਏ ਆ ਤੇ ਜੋ ਨਹੀਂ ਮੰਨਦੇ ਅਸੀਂ ਆਪਣੇ ਬੱਚੇ ਲੈ ਕੇ ਇੱਥੇ ਬੈਠਾਂਗੇ। ਹੁਣ ਮੈਮ ਤੁਸੀਂ ਦੱਸੋ ਜੀ, ਤੁਹਾਡੇ ਸਾਥੀ ਉੱਪਰ ਵੀ ਹੱਥ 'ਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਨੇ, ਮਜਬੂਰ ਨੇ, ਇਸ ਤਰ੍ਹਾਂ ਦੀ ਨੌਬਤ ਆਈ ਹੈ, ਕੀ ਲੱਗਦਾ ਕਾਰਨ ਕੀ ਰਹੇ? ਸਰ ਉਹ ਇਹੀ ਆ ਕਿ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ। ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਤਾਂ ਅਸੀਂ ਇੱਥੇ ਹੀ ਬੈਠਾਂਗੇ। ਤੇ ਸਾਨੂੰ 7 ਦਿਨ ਹੋ ਗਏ ਇੱਥੇ ਬੈਠਿਆਂ ਨੂੰ। ਸਾਨੂੰ ਨਾ ਤਾਂ ਤਨਖਾਹ ਮਿਲ ਰਹੀ ਆ ਤੇ ਨਾ ਸਾਨੂੰ ਕਮਿਸ਼ਨ ਮਿਲ ਰਿਹਾ ਤੇ ਨਾ ਸਾਡਾ ਏਰੀਅਰ ਮਿਲ ਰਿਹਾ। ਉਸ ਕਰਕੇ ਅਸੀਂ ਮਜਬੂਰ ਹੋ ਕੇ ਤਾਂ ਇੱਥੇ ਬੈਠੇ ਹਾਂ। ਤੁਸੀਂ ਦੱਸੋ ਮੈਮ, ਜਿਵੇਂ ਤੁਹਾਡੇ ਸਾਥੀ ਦੱਸ ਰਹੇ ਸੀ ਕਿ ਲੇਡੀਜ਼ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਨੇ, ਤੁਸੀਂ ਇੱਥੇ ਬੈਠੇ ਹੋ, ਸ਼ਾਮ ਨੂੰ ਗੇਟ ਬੰਦ ਹੋ ਜਾਂਦੇ ਨੇ, ਵਾਸ਼ਰੂਮ ਵਗੈਰਾ ਜਾਂ ਹੋਰ ਕੀ ਪ੍ਰੋਬਲਮਸ ਆ ਰਹੀਆਂ? ਸਰ ਐਕਚੁਅਲ 'ਚ ਮਤਲਬ ਇਹ ਹੈ ਕਿ ਸ਼ਾਮ ਨੂੰ ਸਾਨੂੰ ਵੀ ਬੰਦ ਕਰ ਦਿੱਤੇ, ਗੇਟ ਬੰਦ ਕਰ ਦਿੱਤੇ ਜਾਂਦੇ ਆ। ਲੇਡੀਜ਼ ਨੂੰ ਕਾਫੀ ਪ੍ਰੋਬਲਮ, ਬॉयज़ ਨੂੰ ਕਾਫੀ ਪ੍ਰੋਬਲਮਸ ਆ ਰਹੀਆਂ ਨੇ। ਸਾਰੇ ਇੱਥੇ ਮੁਲਾਜ਼ਮ ਬੈਠੇ ਹੋਏ ਨੇ, ਸ਼ਾਂਤੀਪੂਰਵਕ ਇੱਕ ਵਾਰੀ ਬੈਠੇ ਹੋਏ, ਪਰ ਹੁਣ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਅਸੀਂ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਥੋੜ੍ਹਾ ਜਿਹਾ ਤੇਜ਼ ਕਰ ਦਿੱਤਾ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਹਾਂ ਸਾਡੀਆਂ ਮੰਗਾਂ ਮੰਨੀਆਂ ਜਾਣ। ਜਿਹੜੇ ਕਿ ਸਾਡੇ ਮੁਲਾਜ਼ਮ ਹੈ, ਅਸੀਂ ਜਿਹੜੇ ਇੰਨੇ ਦਿਨਾਂ ਤੋਂ ਬੈਠੇ ਹਾਂ, ਤਾਂ ਸਾਡੀ ਸੁਣਵਾਈ ਹੋਵੇ। ਤੁਸੀਂ ਦੱਸੋ ਬਾਈ ਜੀ, ਕੀ ਕਹਿਣਾ ਚਾਹੋਗੇ? ਦੇਖੋ ਜੀ, ਅਸੀਂ ਡਾਇਰੈਕਟਰ ਖੇਤੀਬਾੜੀ ਨੂੰ ਔਰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਹੱਕੀ ਮੰਗੀਆਂ ਨੇ, ਬਿਲਕੁਲ ਜਾਇਜ਼ ਮੰਗਾਂ ਨੇ, ਉਹ ਪੂਰੀਆਂ ਕਰੋ ਤਾਂ ਔਰ ਸਾਨੂੰ ਇਨਸਾਫ ਮਿਲ ਸਕੇ। ਸੋ ਇਨਸਾਫ ਦੀ ਗੱਲ ਹੋ ਰਹੀ ਹੈ। ਜਿਹੜੇ ਮੁਲਾਜ਼ਮ ਨੇ, ਤੁਸੀਂ ਦੇਖ ਸਕਦੇ ਹੋ ਟੈਂਟ ਲਾਇਆ ਹੋਇਆ ਕਈ ਦਿਨਾਂ ਤੋਂ, ਤੇ ਇਹਨਾਂ ਦੇ ਸਾਥੀ ਜਿਹੜੇ ਨੇ ਉਹ ਟੌਪ ਤੇ ਵੀ ਜਾ ਚੜੇ ਨੇ। ਖੇਤੀ ਭਵਨ ਦੀ ਜਿਹੜੀ 7ਵੀਂ ਮੰਜ਼ਿਲ ਹੈ, ਬਿਲਕੁਲ ਟੌਪ ਫਲੋਰ ਆ, ਜਿਹੜਾ ਛੱਤ ਹੈ, ਉੱਥੇ ਕੁਛ ਕੁ ਜਿਹੜੇ ਇਹਨਾਂ ਦੇ ਸਾਥੀ ਨੇ ਉਹ ਉੱਪਰ ਚੜ੍ਹ ਚੁੱਕੇ ਨੇ ਤੇ ਹੱਥਾਂ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਫੜੀਆਂ ਹੋਈਆਂ ਨੇ। ਦੱਸ ਦਈਏ ਕਿ ਪਿਛਲੇ ਕਾਫੀ ਦਿਨਾਂ ਤੋਂ ਪਰੇਸ਼ਾਨ ਨਜ਼ਰ ਆ ਰਹੇ ਸੀਗੇ ਪ੍ਰਸ਼ਾਸਨ ਤੋਂ, ਕਿਉਂਕਿ ਜਿਹੜੀ ਮੰਗਾਂ ਉਹਨਾਂ ਦੀਆਂ ਉਹ ਸੁਣੀਆਂ ਨਹੀਂ ਜਾ ਰਹੀਆਂ ਸੀਗੀਆਂ। ਤੇ ਅਸੀਂ ਖੇਤੀ ਭਵਨ ਦੇ ਬਿਲਕੁਲ ਛੱਤ ਤੇ ਮੌਜੂਦ ਆ ਇਹਨਾਂ ਦੇ ਨਾਲ, ਜਿੱਥੇ ਖੜੇ ਨੇ, ਹੱਥ 'ਚ ਪੈਟਰੋਲ ਦੀਆਂ ਬੋਤਲਾਂ ਫੜੀਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ। ਤੇ ਗੱਲਬਾਤ ਕਰ ਲੈਂਦੇ ਬਾਈ ਜੀ, ਅੱਜ ਕਿੰਨਵਾਂ ਦਿਨ ਹੈ ਧਰਨੇ ਦਾ ਤੇ ਨੌਬਤ ਕੀ ਆਈ ਵੀ ਤੁਸੀਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਇੱਥੇ 7ਵੀਂ ਮੰਜ਼ਿਲ ਤੇ ਚੜੇ? ਅੱਜ 7ਵਾਂ ਦਿਨ ਸਾਡਾ ਹੜਤਾਲ ਦਾ, ਤੇ ਸਾਡੀਆਂ ਮੰਗਾਂ ਬਹੁਤ ਜਾਇਜ਼ ਮੰਗਾਂ ਸੀ। ਮੱਕੀ ਅਸੀਂ ਕੋਈ ਵੀ ਸਰਕਾਰ ਕੋਲ ਵੱਧ ਮੰਗ ਨਹੀਂ ਮੰਗ ਰਹੇ। ਪਹਿਲੀ ਮੰਗ ਸਾਡੀ ਸੀ ਸਾਡਾ ਇਨਕਰੀਮੈਂਟ 2018 ਦਾ ਏਰੀਆ ਸੀ, ਉਹ ਇਸੇ ਡਾਇਰੈਕਟਰ ਸਾਹਿਬ ਨਾਲ ਰੋਕਿਆ ਪਿਆ। ਦੂਸਰਾ ਸਾਡਾ ਸਾਲਾਨਾ ਸਾਡਾ ਇਨਕਰੀਮੈਂਟ ਲੱਗਦਾ, ਉਹ ਨਹੀਂ ਦੇ ਰਹੇ। ਤੀਸਰਾ ਸਾਡੇ 3 ਮਹੀਨੇ ਹੋ ਗਏ ਤਨਖਾਹ ਦੀ ਰੁਕੀ ਪਈ ਆ, ਉਹ ਜਾਰੀ ਨਹੀਂ ਕਰ ਰਹੇ। ਤੇ ਸਭ ਜ਼ਿੰਮੇਵਾਰ ਹੈਗੇ ਸਾਡੇ ਡਾਇਰੈਕਟਰ ਸਾਹਿਬ ਨੇ, JCF ਸਾਹਿਬ ਨੇ ਤੇ ਸਾਡੇ PD ਸੋਹਲ ਸਾਹਿਬ। ਆਹ 3 ਬੰਦੇ ਹੈਗੇ ਨੇ ਜੋ ਸਾਨੂੰ ਸਾਰੇ ਡਿਪਾਰਟਮੈਂਟ ਨੂੰ ਗੁੰਮਰਾਹ ਕਰ ਰਹੇ ਨੇ। ਤੇ ਬਾਕੀ ਅਸੀਂ 5 ਤਰੀਕ ਨੂੰ ਜ਼ਿਲ੍ਹੇ ਲੈਵਲ ਤੇ ਕਲਮ-ਛੋੜ ਹੜਤਾਲ ਕੀਤੀ ਸੀ। ਉਸ ਤੋਂ ਬਾਅਦ ਅਸੀਂ ਇੱਥੇ ਆਪਣਾ ਆਏ ਹਾਂ ਤੇ ਹਫ਼ਤਾ ਹੋਣ ਤੋਂ ਬਾਅਦ ਵੀ ਸਾਡੀ ਸੁਣਵਾਈ ਨਹੀਂ ਕੀਤੀ ਗਈ, ਤਾਂ ਹੀ ਅੱਕ ਕੇ ਇਸ ਉੱਪਰ ਆਪਾਂ ਸਟੈਪ ਚੁੱਕਿਆ ਜੀ। ਹਾਂਜੀ, ਤੇ ਅੱਜ ਤੁਸੀਂ ਲੱਗਦਾ ਵੀ ਜਿਹੜਾ ਇਹ ਸਟੈਪ ਚੁੱਕਿਆ ਹੈਗਾ, ਇਹਦੇ ਨਾਲ ਉਸ ਤੋਂ ਬਾਅਦ ਕੋਈ ਗੱਲਬਾਤ ਕਰਨ ਆਊਗਾ ਤੁਹਾਡੇ ਨਾਲ? ਵੇਖੋ ਉਹ ਤੇ ਕਿ ਡਿਪੈਂਡ ਕਰਦਾ ਸਰਕਾਰ ਤੇ। ਸਰਕਾਰ ਤੁਹਾਨੂੰ ਬਹੁਤ ਉਮੀਦਾਂ ਸੀ, ਅਸੀਂ ਕਿ ਨਵੀਂ ਸਰਕਾਰ ਲਿਆਂਦੀ, ਸਿਲੈਕਸ਼ਨ ਕਰਕੇ ਲਿਆਂਦੀ ਸੀ, ਪਰ ਉਹ ਸਰਕਾਰ ਸਾਡੇ ਨੌਜਵਾਨਾਂ ਪ੍ਰਤੀ ਆਪਣਾ ਬਹੁਤ ਗੈਰ ਰਵੱਈਆ ਵੀ ਤਰ੍ਹਾਂ ਸ਼ੋਅ ਕਰ ਰਹੀ ਆ। CM ਸਾਹਿਬ ਕੋਲ ਸਾਡਾ ਡਿਪਾਰਟਮੈਂਟ ਦਾ ਉਹਨਾਂ ਕੋਲ ਹੈਗਾ, ਡਿਪਾਰਟਮੈਂਟ ਖੇਤੀਬਾੜੀ ਨਾਲ ਹੈਗਾ, ਪਰ ਹਫ਼ਤਾ ਹੋਣ ਦੇ ਬਾਵਜੂਦ ਵੀ ਉੱਪਰੋਂ ਸਾਡੀ ਸੁਣਵਾਈ ਕੋਈ ਨਹੀਂ ਕੀਤੀ ਜਾ ਰਹੀ। ਸਰਕਾਰ ਵੱਲੋਂ ਸਾਰਾ ਸਾਡਾ ਬਜਟ ਪਾਸ ਕੀਤਾ ਗਿਆ, ਪਰ ਡਾਇਰੈਕਟਰ ਸਾਹਿਬ, JCF ਸਾਹਿਬ ਤੇ PD ਸੋਹਲ ਸਾਹਿਬ ਸਾਨੂੰ ਗੁੰਮਰਾਹ ਕਰ ਰਹੇ ਨੇ ਤੇ ਸਾਡੇ ਨਾਲ ਧੱਕਾ ਕਰਦੇ ਪਏ ਨੇ। ਸਾਡੀ ਸੁਣਵਾਈ ਕੀਤੀ ਜਾਏ, ਜੇ ਨਹੀਂ ਕਰਦੇ ਪਏ ਤੇ ਆਪਾਂ ਇਸ ਤੋਂ ਹੋਰ ਖਤਰਨਾਕ ਸਟੈਪ ਚੁੱਕਣ ਦੇ ਮਜਬੂਰ ਹੋ ਜਾਵਾਂਗੇ। ਕਿਉਂਕਿ ਇੱਕ ਸਾਡੇ ਜਿਹੜੀ ਲੇਡੀ ਸਟਾਫ ਸਾਡੀ ਭੈਣ ਸੀ, ਫੰਡਾ ਤਨਖਾਹ ਨਾ ਮਿਲਣ ਕਰਕੇ ਉਹ ਧਰਨੇ ਵਿੱਚ ਇੱਥੇ ਹਾਜ਼ਰ ਹੋਏ ਸੀ, ਮਗਰ ਉਹਨਾਂ ਦੀ ਮਾਤਾ ਜੀ ਸ਼ਰੀਕ ਘਰ ਇਕੱਲੇ ਸੀ, ਤਬੀਅਤ ਵਿਗੜੀ ਤੇ ਉਹ ਗੁਜ਼ਰ ਗਏ ਤੇ ਇੱਕ ਬਹੁਤ ਵੱਡਾ ਨੁਕਸਾਨ ਹੋਇਆ। ਅਸੀਂ ਪਰਿਵਾਰਾਂ ਵਾਲੇ ਹੈਗੇ ਹਾਂ, ਤੇ ਜੇ ਸਾਡੇ ਨਾਲ ਕੁਝ ਹੋ ਰਿਹਾ ਤੇ ਜਿਹੜਾ ਨੌਜਵਾਨ ਸਾਡਾ ਗਾਂ ਆਉਣ ਵਾਲਾ ਬਿਨਾਂ ਨੌਕਰੀਆਂ ਬੇਰੁਜ਼ਗਾਰ, ਉਹਨਾਂ ਦਾ ਕੀ ਹੋਏਗਾ? ਜੀ ਬਾਈ ਜੀ, ਤੁਸੀਂ ਦੱਸੋ ਜੀ,
ਲੱਗਦਾ ਕਿ ਹੁਣ ਜਿਹੜੀ ਇੱਕ ਤਰ੍ਹਾਂ ਨਾਲ ਤੁਸੀਂ ਵਾਰਨਿੰਗ ਦਿੱਤੀ ਹੈ ਤੁਹਾਡੇ ਵੱਲੋਂ ਵੀ ਸਾਡੀਆਂ ਮੰਗਾਂ ਸੁਣੋ, ਨਹੀਂ ਤਾਂ ਫਿਰ ਅਸੀਂ ਜਿਹੜਾ ਹੈਗਾ ਐਕਸਟ੍ਰੀਮ ਸਟੈਪ ਚੁੱਕਾਂਗੇ, ਤੇ ਉਸ ਤੋਂ ਬਾਅਦ ਰਿਐਕਸ਼ਨ ਕਿਵੇਂ ਦਾ ਸੀ ਪ੍ਰਸ਼ਾਸਨ ਦਾ? ਰਿਐਕਸ਼ਨ ਤਾਂ ਦੇਖੋ ਜੋ ਵੀ ਤੁਹਾਡੇ ਸਾਹਮਣੇ ਹੀ ਆ ਗਿਆ ਆ, ਪੁਲਿਸ ਵੀ ਬਹੁਤ ਜਲਦੀ ਆ ਗਈ ਆ ਤੇ ਮੀਡੀਆ ਵੀ ਆ ਗਿਆ। ਠੀਕ ਹੈ ਜੀ, ਜੇ ਹੁਣ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਜੇ ਸਾਡੇ ਕਿਸੇ ਵੀ ਵੀਰ ਨੇ ਆਪਦੇ ਉੱਤੇ ਪੈਟਰੋਲ ਪਾ ਕੇ ਕਿ ਆਪਣੇ ਆਪ ਨੂੰ ਕੁਝ ਵੀ ਕਰ ਲਿਆ ਤਾਂ ਇਹਦੇ ਜ਼ਿੰਮੇਵਾਰ ਡਾਇਰੈਕਟਰ ਸਾਹਿਬ ਹੋਣਗੇ ਤੇ ਪੁਲਿਸ ਪ੍ਰਸ਼ਾਸਨ ਹੋਊਗਾ, ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਜਾਇਜ਼ ਮੰਗਾਂ ਆ। ਠੀਕ ਹੈ ਜੀ, ਤੇ ਇਹ ਸਾਡੇ ਨਾਲ ਡਾਇਰੈਕਟਰ ਸਾਹਿਬ ਬਹੁਤ ਧੱਕਾ ਕਰਦੇ ਪਏ ਆ। ਸਵੇਰ ਨੂੰ ਆਉਂਦੇ ਆ, ਕੋਈ ਸਾਡੀ ਸੁਣਵਾਈ ਨਹੀਂ ਹੁੰਦੀ, ਸ਼ਾਮਾਂ ਨੂੰ ਜਦੋਂ ਜਾਂਦੇ ਆ ਉਸ ਟਾਈਮ ਵੀ ਕੋਈ ਸੁਣਵਾਈ ਨਹੀਂ ਹੁੰਦੀ। ਆਪਣੀ ਗੱਡੀ ਜਾਂਦੀ ਆ ਸਰਕਾਰੀ, ਮਿੰਟੋ ਮਿੰਟੀ ਬਹਿੰਦੇ ਆ ਤੇ ਚਲੇ ਜਾਂਦੇ ਆ ਇੱਥੋਂ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇੱਥੇ। ਬਾਕੀ ਵਿੱਚ ਮੈਂ ਥੋੜਾ ਐਡ ਆਨ ਕਰਨਾ ਚਾਹੁੰਦਾ ਹਾਂ, ਅਸੀਂ ਮੈਂ ਕਿ 2018 ਦਾ ਡੈਮੇਜ ਇੰਕਰੀਮੈਂਟ ਲੱਗਾ ਸੀ, ਅਸੀਂ ਇੱਕ ਸਾਲ ਪਹਿਲਾਂ ਵੀ ਇੱਥੇ ਧਰਨਾ ਲਾਇਆ ਸੀ ਤੇ ਸਾਨੂੰ ਝੂਠਾ ਲਾਰਾ ਲਾ ਕੇ ਇਹਨਾਂ ਨੇ ਡਾਇਰੈਕਟਰ ਸਾਹਿਬ ਨੇ ਭੇਜਤਾ ਕਿ ਤੁਹਾਡੀਆਂ ਫਾਰਮੈਲਿਟੀਆਂ ਤੁਹਾਡੀਆਂ ਪੂਰੀਆਂ ਕਰਾਂਗੇ ਤੇ ਤੁਹਾਡੇ ਮੈਂ ਕਿ ਇੱਕ ਦੋ ਦਿਨ ਤੁਹਾਡੇ ਸਾਰੇ ਬਕਾਏ ਇੰਕਰੀਮੈਂਟ ਸਾਰੇ ਪਾ ਦਿੱਤੇ ਜਾਣਗੇ, ਪਰ ਸਾਨੂੰ ਗੁੰਮਰਾਹ ਕਰਕੇ ਭੇਜਿਆ ਗਿਆ। ਹਾਰ ਕੇ ਅਸੀਂ ਇੱਕ ਸਾਲ ਬਾਅਦ ਫਿਰ ਇਕੱਠੇ ਹੋ ਕੇ ਇਸੇ ਆਏ ਹਾਂ ਤੇ ਆਪਣਾ ਰੋਸ ਜ਼ਾਹਰ ਕਰ ਰਹੇ ਹਾਂ, ਪਰ ਫਿਰ ਵੀ ਸਾਡੀ ਸੁਣਵਾਈ ਨਹੀਂ ਕਰ ਰਹੇ। ਹਾਂਜੀ, ਤੇ ਹੁਣ ਤੁਸੀਂ ਦੱਸੋ ਬਾਈ ਜੀ, ਕੀ ਲੱਗਦਾ ਹੈਗਾ? ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਝੋਨੇ ਦੀ ਸਿੱਧੀ ਬਿਜਾਈ ਕਰੋ, ਵੱਧ ਤੋਂ ਵੱਧ ਕਿਸਾਨਾਂ ਨੂੰ ਅਵੇਅਰਨੈਸ ਹੈ ਜਿਹੜੀ ਉਹਨਾਂ ਦੇ ਵਿੱਚ ਸਪਰੈਡ ਕਰੋ ਤਾਂ ਕਿ ਸਿੱਧੀ ਬਿਜਾਈ ਵੱਲ ਵਧਣ। ਤੁਸੀਂ ਲੋਕਾਂ ਨੇ ਇੰਪਲੀਮੈਂਟ ਕਰਾਉਣੀ ਹੈ ਤੇ ਤੁਸੀਂ ਅੱਜ ਛੱਤਾਂ ਤੇ ਚੜ੍ਹੇ ਹੋ। ਇਹ ਜੀ ਸਾਨੂੰ ਮਜਬੂਰੀ ਕਰਕੇ ਸਾਰਾ ਕੁਝ ਕਰਨਾ ਪਿਆ। ਕੋਈ ਬੰਦਾ ਐਸਾ ਨਹੀਂਗਾ ਕਿ ਜਿਹੜਾ ਧੁੱਪ 'ਚ ਬੈਠ ਕੇ ਨਾਅਰੇ ਲਾਵੇ। ਸਾਰਿਆਂ ਨੇ ਜੀ ਕਰਦਾ ਅਸੀਂ ਘਰ ਚੱਲੀਏ, ਪਰ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਆ ਉਹ ਸਾਨੂੰ ਕੁਝ ਵੀ ਦੇ ਕੇ ਨਹੀਂ ਰਾਜੀ ਗਏ, ਬਲਕਿ ਉਹਨਾਂ ਨੇ ਆਪਣੇ ਘਰੋਂ ਨਹੀਂ ਦੇਣਾਗਾ ਕੁਝ ਵੀ, ਇਹ ਸਭ ਸਰਕਾਰ ਵੱਲੋਂ ਦੇਣਾ ਆ। ਸਰਕਾਰ ਨੇ ਸਾਡੇ ਕੋਲ ਫਾਈਲ ਮੰਗਵਾਈ ਸੀਗੀ ਸਾਡੇ ਪੱਕੇ ਹੋਣ ਬਾਰੇ, ਪਰ ਉਹ ਵੀ ਜਿਹੜੀ ਫਾਈਲ ਆ ਉਹਨਾਂ ਨੇ ਅੱਗੇ ਨਹੀਂ ਤੋਰੀ, ਉਹ ਨੱਪ ਕੇ ਬੈਠੇ ਆ। ਸਾਡੀ ਇਹੀ ਮੰਗ ਆ, ਸਾਡੀਆਂ ਛੋਟੀਆਂ ਛੋਟੀਆਂ ਜਿਹੀਆਂ ਮੰਗਾਂ ਆ, ਉਹ ਮੰਨਦੇ ਤਾਂ ਅਸੀਂ ਘਰੇ ਚੱਲ ਜਾਂਦੇ ਆ। ਤੇ ਹੁਣ ਤੁਸੀਂ ਇੱਥੇ ਕਿੰਨਾ ਟਾਈਮ ਡਟੇ ਰਹੋਗੇ? ਅਸੀਂ ਜਿੰਨਾ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਇੱਥੇ ਹੀ ਆ। ਹਾਂਜੀ, ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਸਾਡਾ ਸਾਰੇ ਦਾ ਸਾਰਾ ਸਟਾਫ ਨਹੀਂ ਜਾਊਗਾ, ਅਸੀਂ ਵੀ ਸਾਰੇ ਨਹੀਂ ਜਾਊਂਗੇ। ਸਾਡੀਆਂ ਛੋਟੀਆਂ ਜਿਹੀਆਂ ਮੰਗਾਂ ਜੀ ਵੇਖੋ, ਸਾਡਾ ਤਾਂ 2018 ਤੋਂ ਇੰਕਰੀਮੈਂਟ ਪਿਆ, ਸਾਡੇ ਬਕਾਏ ਪਏ ਆ, ਬਿਲਕੁਲ ਜੈਨੂਇਨ ਕੇਸ ਹੈ। ਜਾਂ ਤਾਂ ਹੋਵੇ ਜੇ ਤੁਸੀਂ ਨਹੀਂ ਦੇਣਾ ਤੇ ਸਾਨੂੰ ਦੱਸ ਦਿਓ, ਰਿਟਨ 'ਚ ਦੇ ਦਿਓ। ਸਾਡੇ ਬੰਦੇ ਕਹਿੰਦੇ ਵੀ ਕੀ ਕਰਨਾ, ਜੇ ਕੀ ਕਰਨਾ ਤੇ ਉਹਦਾ ਤੁਸੀਂ ਦੱਸੋ ਤਾਂ ਸਹੀ ਸਾਨੂੰ, ਵੀ ਅਸੀਂ ਰਿਟਨ 'ਚ ਕਹਿੰਦੇ ਜੇ ਸਾਡਾ ਨਹੀਂ ਬਣਦਾ ਸਾਨੂੰ ਲਿਖ ਕੇ ਦੇ ਦਿਓ, ਅਸੀਂ ਚਲੇ ਜਾਈਏ। ਬਸ 2-4 ਮੰਗਾਂ। ਦੂਜੀ ਗੱਲ ਇਹ ਹੈ ਕਿ ਸੀਐਮ ਸਾਹਿਬ ਕੋਲੇ ਸਾਡਾ ਮਹਿਕਮਾ ਹੈ, ਉਹਨਾਂ ਨੇ ਪ੍ਰਪੋਜ਼ਲ ਮੰਗੀ ਆ, ਸਾਡੇ ਮਹਿਕਮੇ ਵੱਲੋਂ ਸਾਡੀ ਨਹੀਂ ਪ੍ਰਪੋਜ਼ਲ ਭੇਜੀ ਗਈ। ਜੇ ਸਾਡਾ ਮਹਿਕਮਾ ਸਾਡੀ ਨਹੀਂ ਪ੍ਰਪੋਜ਼ਲ ਭੇਜੂਗਾ ਤੇ ਹੋਰ ਕਿਹਨਾਂ ਦੀ ਭੇਜੂਗਾ? ਅੱਛਾ, ਸੀਐਮ ਸਾਹਿਬ ਨੇ ਲੋਕ ਮਿਲਣੀ ਕੀਤੀ ਸੀ ਕੱਲ, ਤੁਹਾਡਾ ਕੋਈ ਗਿਆ ਸੀ ਸਾਥੀ ਉੱਥੇ ਜੀ? ਦੇਖੋ ਜੀ, ਸਾਡੇ ਅੱਜ ਵੀ ਪ੍ਰਧਾਨ ਸਾਹਿਬ ਗਏ ਆ, ਅਸੀਂ ਸਾਡੇ ਪ੍ਰਧਾਨ ਸਾਹਿਬ ਦੇ ਹੀ ਇਹ ਐਕਸ਼ਨ ਦੇ ਨਾਲ ਅਸੀਂ ਕੀਤਾ ਗਿਆ। ਜਿੰਨਾ ਚਿਰ ਸਾਡੇ ਪ੍ਰਧਾਨ ਸਾਹਿਬ ਸਾਨੂੰ ਨਹੀਂ ਕਹਿੰਦੇ ਅਸੀਂ ਨਹੀਂ ਆਉਂਦੇ ਉੱਤੇ। ਜੇ ਕਿ ਪੁਲਿਸ ਮੁਲਾਜ਼ਮ ਜਾ ਕੇ ਉੱਪਰ ਹੋ ਕੇ ਸਾਨੂੰ ਕੋਈ ਹਰਾਸ ਕਰਨ ਦੀ ਕੋਸ਼ਿਸ਼ ਕਰੂਗਾ, ਸਾਡੇ ਸਾਰਿਆਂ ਦੇ ਸਾਰੇ ਮੁਲਾਜ਼ਮਾਂ ਦੇ ਕੋਲੇ ਜੀ ਪੈਟਰੋਲ ਹੈ, ਅਸੀਂ ਪੈਟਰੋਲ ਪਾ ਕੇ ਜੋ ਕੁਝ ਵੀ, ਜੇ ਸਾਡੇ ਕਿਸੇ ਬੰਦੇ ਨੂੰ ਕੁਝ ਹੋ ਗਿਆ ਉਹਦਾ ਡਾਇਰੈਕਟਰ ਸਾਹਿਬ ਹੋਣਗੇ, ਉਹਦੇ ਜ਼ਿੰਮੇਵਾਰ ਡਾਇਰੈਕਟਰ ਸਾਹਿਬ ਹੋਣਗੇ। ਮੇਨ ਗੱਲ ਇਹ ਹੈਗੀ, ਜੇ ਸਾਡਾ ਇੰਕਰੀਮੈਂਟ ਨਹੀਂ ਬਣਦਾ ਉਹਨੂੰ ਲਿਖ ਕੇ ਦੇ ਦੇਣ, ਜੇ ਬਣਦਾ ਤਾਂ ਵੀ ਲਿਖ ਕੇ ਦੇਣ, ਅਸੀਂ ਆਪਾਂ ਆਹ ਤਰੀਕ ਨੂੰ ਪਾਵਾਂਗੇ। ਅਸੀਂ ਇੰਨਾ ਕਰ ਸਕਦੇ ਜੇ, ਝੂਠੇ ਲਾਰੇ ਲੱਪੇ ਅਸੀਂ 2 ਸਾਲ ਲੰਘ ਗਏ ਸਾਡੇ, ਤਨਖਾਹਾਂ ਸਾਡੀਆਂ ਮਿਸ ਤਨਖਾਹਾਂ ਤੋਂ ਬਿਨਾਂ ਬੈਠੇ ਆ। ਸਾਡੇ ਸਾਰੇ ਦੇ ਸਾਰੇ ਮੁਲਾਜ਼ਮ ਇੱਥੇ ਆ ਰਹੇ, ਸਾਡੀਆਂ ਭੈਣਾਂ ਨੇ 5 ਵਜੇ ਤੋਂ ਬਾਅਦ ਇਹ ਸਾਰੇ ਤਾਲੇ ਲਾ ਕੇ ਚਲੇ ਜਾਂਦੇ ਆ ਜੀ। ਸਾਡੀਆਂ ਭੈਣਾਂ ਵਾਸ਼ਰੂਮ ਕਿੱਥੇ ਜਾਣਗੀਆਂ ਜੀ? ਉਹ ਸਾਡੇ ਨਾਲ ਇੱਥੇ ਟੈਂਟ ਦੇ ਵਿੱਚ ਰਾਤ ਨੂੰ ਰਹਿੰਦੀਆਂ। ਸਾਡੇ ਸਟਾਫ ਵੱਲੋਂ ਸਾਡਾ ਹੀ ਨਹੀਂ ਸਾਥ ਦਿੱਤਾ ਜਾ ਰਿਹਾ। ਜਦੋਂ ਕੋਈ ਕੰਮ ਲੈਣਾ ਹੁੰਦਾ ਉਦੋਂ ਆਤਮਾ ਸਟਾਫ, ਸਾਰੇ ਦਾ ਸਾਰਾ ਕੰਮ ਕਰੇ ਆਤਮਾ ਸਟਾਫ ਨੂੰ ਤੇ ਨਾ ਲੇਬਰ ਬਣਾ ਰੱਖਿਆ, ਲੇਬਰ ਤਰ੍ਹਾਂ ਇਹਨਾਂ ਤੋਂ ਕੰਮ ਲਓ। ਠੀਕ ਹੈ, ਜੇ ਕਿ ਸਾਡੇ ਪੈ ਨਾ ਸਿੱਧੀ ਬਿਜਾਈ ਦੀ ਤੇ ਸਾਡਾ ਅਸੀਂ ਗਰਾਊਂਡ ਲੈਵਲ ਤੇ ਆ, ਅਸੀਂ ਸਾਡਾ ਜ਼ਿਮੀਂਦਾਰਾਂ ਨਾਲ ਸਿੱਧਾ ਸੰਪਰਕ ਬਣਦਾ ਆ, ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਵਿਚਰਦੇ ਆ। ਠੀਕ ਹੈ ਜੀ, ਤੇ ਜੇ ਹੁਣ ਸਾਡੇ ਕੋਲ ਤਨਖਾਹਾਂ ਹੀ ਨਹੀਂ ਹੋਣਗੀਆਂ, ਅਸੀਂ ਪੈਟਰੋਲ ਕਿੱਥੋਂ ਲਵਾਂਗੇ, ਗੱਡੀਆਂ ਕਿੱਥੋਂ ਲੈ ਕੇ ਜਾਵਾਂਗੇ, ਕਿੱਥੋਂ ਮੋਟਰਸਾਈਕਲ ਚੱਕਾਂਗੇ ਤੇ ਕਿੱਦਾਂ ਜਾਵਾਂਗੇ ਜ਼ਿਮੀਂਦਾਰਾਂ ਦੇ ਕੋਲ? ਸਾਡੇ ਵੀ ਤਾਂ ਪਰਿਵਾਰ ਹੈਗੇ ਹੀ ਆ ਨਾ, ਬੇਟੀਆਂ ਆ, ਛੋਟੇ ਬੱਚੇ ਆ ਜਿਨ੍ਹਾਂ ਦੀਆਂ ਐਡਮਿਸ਼ਨਾਂ ਕਰਾਉਣੀਆਂ ਹਜੇ। ਤੁਸੀਂ ਹੁਣ ਥੱਲੇ ਤੁਹਾਡੇ ਸਾਥੀ ਬੈਠੇ ਨੇ, ਉਹ ਵੀ ਨਾਅਰੇਬਾਜ਼ੀ ਕਰ ਰਹੇ ਨੇ, ਉੱਪਰ ਤੁਸੀਂ ਹੈਗੇ ਹੋ, ਤੇ ਕੋਈ ਸਮਾਂ ਦਿੱਤਾ ਜਾ ਰਿਹਾ ਕੋਈ ਮਿਲਣ ਦਾ ਅੱਜ ਤੁਹਾਨੂੰ? ਨਹੀਂ, ਹਾਲੇ ਤੱਕ ਤਾਂ ਕੋਈ ਸਮੇਂ ਦੇ ਬਾਰੇ ਗੱਲ ਨਹੀਂ ਹੋਈਗੀ। ਮੈਂ ਤੁਹਾਡੇ ਮਹਿਕਮੇ ਦੇ ਚੈਨਲ ਦੇ ਜ਼ਰੀਏ ਇਹ ਡਾਇਰੈਕਟਰ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਡੀਆਂ ਜਿਹੜੀਆਂ ਮੰਗਾਂ ਵਾ ਉਹ ਜਲਦ ਤੋਂ ਜਲਦ ਮੰਨੀਆਂ ਜਾਣ, ਨਹੀਂ ਤਾਂ ਜਿਹੜਾ ਸੰਘਰਸ਼ ਆ ਇਹ ਹੋਰ ਤਿੱਖਾ ਕਰ ਦਿੱਤਾ ਜਾਊਗਾ। ਜਿਹੜੇ ਰੋਡ ਜਾਮ ਕੀਤੇ ਜਾਣਗੇ, ਜਿਹੜਾ ਅਸੀਂ ਪੈਟਰੋਲ ਆ ਹੱਥਾਂ 'ਚ ਐਵੇਂ ਨਹੀਂ ਫੜਿਆ ਹੋਇਆ, ਅੱਕ ਕੇ ਚੱਕਿਆ ਆ, ਜੇ ਨਾ ਮੰਨਿਆ ਤਾਂ ਅਸੀਂ ਇੱਥੇ ਅੱਗ ਲਾ ਲਾਂਗੇ। ਇਹਦਾ ਸਾਰਾ ਜ਼ਿੰਮੇਵਾਰ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਹੋਣਗੇ। ਸੋ ਹਾਂਜੀ, ਸਾਡੇ ਡਾਇਰੈਕਟਰ ਸਾਹਿਬ ਦੀ ਸਾਡਾ ਇੰਨਾ ਵਿਤਕਰਾ ਕੀਤਾ ਗਿਆ। ਸਰਕਾਰ ਨੇ ਕੱਚਾ ਮੁਲਾਜ਼ਮ ਸਾਰਾ ਡਾਟਾ ਮੰਗਿਆ ਸੀ, ਪਰ ਡਾਇਰੈਕਟਰ ਸਾਹਿਬ ਨੇ ਸਾਡਾ ਇੰਨਾ ਵਿਤਕਰਾ ਮਾੜਾ ਕੀਤਾ, ਸਾਡਾ ਕਿਹਨਾਂ ਰਿਕਾਰਡ ਨਹੀਂ ਭੇਜਿਆ। ਸਾਡੇ ਕੋਲ ਇੰਨੇ ਕੱਚੇ ਮੁਲਾਜ਼ਮ ਹੈਗੇ ਆ, ਆਹ ਪੋਸਟ ਰਿਜ਼ਰਵ ਕਰਦੇ ਆ, ਇਹਨਾਂ ਦੇ ਬੰਦੇ ਪੱਕੇ ਹੋਏ ਨੇ। ਇੰਨਾ ਮਾੜਾ ਵਿਤਕਰਾ ਸਾਡੇ ਡਾਇਰੈਕਟਰ ਸਾਹਿਬ ਕਰਦੇ ਪਏ ਨੇ, ਤਾਂ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਇਹਨਾਂ ਦਾ ਕੋਈ ਹੱਲ ਕੀਤਾ ਜਾਏ। ਡਾਇਰੈਕਟਰ ਸਾਹਿਬ ਦਾ, ਜੀਸੀਐਸ ਸਾਹਿਬ ਦਾ, ਪੀਡੀ ਸੋਲ ਦਾ, ਇਹਨਾਂ ਦਾ ਕੋਈ ਹੱਲ ਕੀਤਾ ਜਾਏ ਤੇ ਸਾਡਾ ਜਿਹੜਾ ਫਿਊਚਰ ਆ ਉਹਨੂੰ ਬਰਬਾਦ ਤੋਂ ਬਚਾਇਆ ਜਾਏ। ਧੰਨਵਾਦ।
ਸੋ ਤੁਸੀਂ ਦੇਖ ਸਕਦੇ ਹੋ ਕਾਫੀ ਅੱਕੇ ਨਜ਼ਰ ਆ ਰਹੇ ਨੇ ਜਿਹੜੇ ਆਤਮਾ ਵਿੰਗ ਦੇ ਮੁਲਾਜ਼ਮ ਨੇ ਤੇ ਅੱਜ ਇਸ ਤਰ੍ਹਾਂ ਦੀ ਨੌਬਤ ਆਈ ਹੈ ਵੀ ਛੱਤ ਤੇ ਚੜ ਚੁੱਕੇ ਨੇ। ਖੇਤੀ ਭਵਨ ਦੀ ਜਿਹੜੀ ਬਿਲਡਿੰਗ ਹੈ ਬਹੁਤ ਵੱਡੀ ਬਿਲਡਿੰਗ ਹੈ, ਜਿਹੜਾ 7ਵੀਂ ਮੰਜ਼ਿਲ ਹੈ, ਟੌਪ ਹੈ, ਬਿਲਕੁਲ ਟੈਰੇਸ ਹੈ, ਉੱਥੇ ਮੌਜੂਦ ਨੇ ਤੇ ਇਹਨਾਂ ਦੇ ਕੁਝ ਸਾਥੀਆਂ ਦੇ ਨਾਲ ਜਿਹੜੇ ਪੁਲਿਸ ਅਧਿਕਾਰੀਆਂ ਦੀ ਵੀ ਜਿਹੜੀ ਮੀਟਿੰਗ ਹੈ ਉਹ ਚੱਲ ਰਹੀ ਹੈ। ਤੁਸੀਂ ਦੇਖ ਸਕਦੇ ਹੋ ਉੱਪਰ ਪੁਲਿਸ ਅਧਿਕਾਰੀਆਂ ਨੂੰ ਵੀ ਆਉਣ ਲਈ ਮਜਬੂਰ ਕਰ ਦਿੱਤਾ। ਜਿਹੜਾ ਇਹਨਾਂ ਦਾ ਐਕਸ਼ਨ ਸੀਗਾ ਹੱਥ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ ਕੇ ਆਉਣ ਦਾ ਤੇ ਇੱਕ ਵਾਰਨਿੰਗ ਦਿੱਤੀ ਗਈ ਹੈ ਕਿ ਜੇ ਸਾਡੀਆਂ ਮੰਗਾਂ ਹੁਣ ਵੀ ਨਾ ਸੁਣੀਆਂ ਗਈਆਂ ਤਾਂ ਅਸੀਂ ਮਜਬੂਰਨ ਆਪਣੇ ਆਪ ਦੇ ਉੱਤੇ ਜਿਹੜਾ ਹੈਗਾ ਪੈਟਰੋਲ ਪਾ ਕੇ ਤੇ ਜਿਹੜਾ ਹੈਗਾ ਆਪਦੀ ਜਾਨ ਗਵਾ ਸਕਦੇ ਹਾਂ। ਤੇ ਇਹਦੇ ਲਈ ਸਾਫ਼ ਤੌਰ ਤੇ ਡਾਇਰੈਕਟਰ ਨੇ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਗੁਰਵਿੰਦਰ ਸਿੰਘ ਉਹ ਜ਼ਿੰਮੇਵਾਰ ਹੋਣਗੇ ਤੇ ਨਾਲ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ। ਸੋ ਫੇਰ ਤੋਂ ਤੁਹਾਨੂੰ ਦਿਖਾ ਦਿੰਦੇ ਜਿਹੜਾ ਹੇਠਾਂ ਪਿਛਲੇ ਲਗਭਗ 6-7 ਦਿਨਾਂ ਤੋਂ ਜਿਹੜਾ ਧਰਨਾ ਚੱਲ ਰਿਹਾ ਹੈ, ਸੰਯੁਕਤ ਆਤਮਾ ਪੰਜਾਬ ਐਸੋਸੀਏਸ਼ਨ ਦੇ ਬੈਨਰ ਹੇਠ ਚੱਲ ਰਿਹਾ ਹੈ, ਜਿੱਥੇ ਪਿਛਲੇ ਦਿਨੀ ਕਾਂਗਰਸ ਐਮਐਲਏ ਸੁਖਪਾਲ ਸਿੰਘ ਖਹਿਰਾ ਵੀ ਆ ਕੇ ਗਏ ਸੀਗੇ। ਉਹਨਾਂ ਨੇ ਵੀ ਇਹਨਾਂ ਦਾ ਜਿਹੜਾ ਇਸ਼ੂ ਸੀਗਾ ਉਹ ਰੇਜ਼ ਕੀਤਾ ਸੀਗਾ ਤੇ ਹੁਣ ਥੱਲੋਂ ਤੁਸੀਂ ਦੇਖ ਸਕਦੇ ਹੋ ਕਾਫੀ ਗਿਣਤੀ ਦੇ ਵਿੱਚ ਲੇਡੀਜ਼ ਵੀ ਨੇ ਇਸ ਧਰਨੇ ਦੇ ਵਿੱਚ, ਜਿੱਥੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈਗੀ ਹੈ। ਤੇ ਉੱਥੇ ਹੀ ਜਿਹੜੇ ਕੁਝ ਕੁ ਜਿਹੜੇ ਸਾਥੀ ਨੇ ਉਹ ਅੱਜ ਇੱਕ ਵੱਡਾ ਐਕਸ਼ਨ ਪਲਾਨ ਉਲੀਕਦੇ ਹੋਏ ਖੇਤੀ ਭਵਨ ਦੀ ਜਿਹੜੀ ਬਿਲਡਿੰਗ ਹੈ ਉਸ ਦੇ ਬਿਲਕੁਲ ਉੱਪਰ ਜਾ ਚੜੇ ਨੇ। ਦੱਸ ਦਈਏ ਕਿ ਜਿੱਥੇ ਅਸੀਂ ਇਸ ਵੇਲੇ ਵੀ ਮੌਜੂਦ ਹਾਂ ਉੱਥੇ ਆਉਣ ਦਾ ਕੋਈ ਸਿੱਧਾ ਰਸਤਾ ਨਹੀਂਗਾ, ਕੋਈ ਡਾਇਰੈਕਟ ਜਿਹੜੀ ਪੌੜੀ ਹੈ ਨਹੀਂ ਆਉਂਦੀ ਤੇ ਇੱਕ ਟੈਂਪਰੇਰੀ ਜਿਹੜੀ ਆ ਪੌੜੀ ਲਾ ਕੇ ਚੜੇ ਨੇ ਇਹ ਜਿਹੜੇ ਆਤਮਾ ਵਿੰਗ ਦੇ ਜਿਹੜੇ ਮੁਲਾਜ਼ਮ ਨੇ। ਸੋ ਬੇਹੱਦ ਔਖਾ ਹੈ। ਤੇ ਦੂਜੀ ਗੱਲ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਗਰਮੀ ਆ ਜਿਹੜੀ ਕਿਸ ਕਦਰ ਪੈ ਰਹੀ ਹੈ। ਸੋ ਇੰਨੀ ਗਰਮੀ ਦੇ ਵਿੱਚ ਟੌਪ ਫਲੋਰ ਤੇ ਖੜੇ ਨੇ ਤੇ ਇਹ ਵੀ ਕਿਹਾ ਗਿਆ ਕਿ ਅਸੀਂ ਇੱਥੇ ਡਟੇ ਰਵਾਂਗੇ ਜਿੰਨਾ ਸਮਾਂ ਜਿਹੜੀ ਹੈ ਸੁਣਵਾਈ ਨਹੀਂ ਹੋਊਗੀ, ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਨਹੀਂ ਮੰਨੀਆਂ ਜਾਣਗੀਆਂ, ਉਹਨਾਂ ਟਾਈਮ ਹੈ ਜਿਹੜਾ ਇਹ ਜਿਹੜਾ ਉਹਨਾਂ ਦੀ ਲੜਾਈ ਹੈ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹੂਗੀ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਸਰਕਾਰ ਕਦੋਂ ਇਹਨਾਂ ਨੂੰ ਸਮਾਂ ਦਿੰਦੀ ਹੈ ਤੇ ਮੰਗਾਂ ਜਿਹੜੀਆਂ ਇਹਨਾਂ ਦੀ ਉਹ ਮੰਨਦੀ ਹੈਗੀ ਹੈ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਜ਼।